स्वयं सेवक बंदियों, रक्षा बंधन के पवित्र दिहाड़े की सब नूं बहुत बहुत बधाई। अज के इस पवित्र दिहाड़े के उत्ते जो सानू मार्गदर्शन मिलने वाला है वो ने श्री सुनील कुमार जी। सुनील कुमार जी पेशे तो साइंस के अध्यापक ने और कोटपुरा के स्वयं सेवक ने। सुनील जी को बठिंडा विभाग के विभाग समाजिक समरसता प्रमुख के नाते जिम्मेवारी है और मैं इन्हों बेनती करांगा कि एकल गीत तो बाद अपना उद्बोधन सानू दें। कुछ दौर बदल चुके कुछ बदलन वाला कुछ हनेरा छटिया कुछ होया उजाला कई सदियां मगरों फिर ए मौसम बन आए नजरां उच्चियां होइयां कुछ सीना तन आए फिर ठंडिया जज्बियां कुछ आया उबाला कुछ दौर बदल चुके कुछ बदलन वाला कुछ हनेरा छटिया कुछ होया उजाला कई जख्मां ते हाले असा मरम लगौनी वंचित शोषित दलिता कर अलख जगानी समता समरसता लई फिर करना उजाला कुछ दौर बदल चुके कुछ बदलन वाला कुछ हनेरा छटिया कुछ होया उजाला अज विछड़े रुसियां असी गल नाल लाउणा होया अनहोया दा असी भेद मिटाउणा उच्चे सुच्चे आदर्शां दा करना बोल बाला कुछ दौर बदल चुके कुछ बदलन वाला कुछ हनेरा छटिया कुछ होया उजाला। अधिकारीगण और जिला फरीदकोट के प्यारे स्वयं सेवक बंधुओं, जिस तरह कि आप सब जानते ही हाँ कि संघ के 6 उत्सव असी मनाते हाँ। इन्होंने 6 उत्सव के विचों रक्षा बंधन उत्सव ही साडा एक उत्सव है। पुरातन समय तो ही जो भारत वर्ष है इस विच असी उत्सव के पर्व मनाते आ रहे हैं। उत्सव ਅਤੇ पर्व मनाने का हेतु एक ही होंदा है कि साडा जो हिंदू समाज है
ਉਸ ਨੂੰ ਬਲਸ਼ਾਲੀ, ਬੁੱਧੀਸ਼ਾਲੀ, ਵਿਵੇਕਸ਼ਾਲੀ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ। ਸੋ ਕੋਈ ਵੀ ਜੋ ਪਰਵ ਹੈ, ਉਤਸਵ ਹੈ, ਉਸਦੇ ਕੁਝ ਧਾਰਮਿਕ ਪਰੰਪਰਾਵਾਂ ਹੁੰਦੀਆਂ ਹਨ, ਕੁਝ ਸੰਸਕ੍ਰਿਤਿਕ ਪਰੰਪਰਾਵਾਂ ਹੁੰਦੀਆਂ ਹਨ, ਕੁਝ ਪ੍ਰਕਿਰਤਿਕ ਪਰੰਪਰਾਵਾਂ ਹੁੰਦੀਆਂ ਹਨ, ਔਰ ਕੁਝ ਕਈ ਵਾਰ ਰਾਸ਼ਟਰ ਚੇਤਨਾ ਦਾ ਭਾਵ ਵੀ ਜਾਗਰਤ ਕਰਨ ਵਾਸਤੇ ਅਸੀਂ ਇਸ ਤਰ੍ਹਾਂ ਦੇ ਉਤਸਵ ਮਨਾਉਂਦੇ ਹਾਂ। ਇਸੇ ਉਤਸਵ ਦੇ ਵਿੱਚ ਜੋ ਰਕਸ਼ਾ ਬੰਧਨ ਉਤਸਵ ਹੈ, ਇਹ ਉਤਸਵ ਵੀ ਸਾਡਾ ਇੱਕ ਰਾਸ਼ਟਰੀ ਚੇਤਨਾ ਪੈਦਾ ਕਰਨ ਵਾਲਾ ਉਤਸਵ ਹੈ। ਸਮਾਜਿਕ ਸਮਰਸਤਾ, ਸਮਤਾ ਸਮਾਜ ਦੇ ਵਿੱਚ ਵਿਕਸਿਤ ਕਰਨ ਵਾਲਾ ਉਤਸਵ ਹੈ। ਰਕਸ਼ਾ ਬੰਧਨ ਉਤਸਵ ਨੂੰ ਅਸੀਂ ਸਾਵਨ ਦੀ ਪੂਰਨਿਮਾ ਤੋਂ ਮਨਾਉਂਦੇ ਹਾਂ। ਸਾਵਨ ਦੀ ਪੂਰਨਿਮਾ ਉਤਸਵ, ਇਸ ਨੂੰ ਅਸੀਂ ਵਿਦਿਆ ਨਾਲ ਵੀ ਜੋੜਦੇ ਹਾਂ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਸਾਵਨ ਦੇ ਮਹੀਨੇ ਜਦੋਂ ਬਰਸਾਤ ਸ਼ੁਰੂ ਹੁੰਦੀ ਸੀ, ਉਸ ਬਰਸਾਤ ਦੇ ਕਾਰਨ ਸਾਰੇ ਯਾਤਾਯਾਤ ਬੰਦ ਹੋ ਜਾਂਦੇ ਸਨ, ਆਵਾਗਮਨ ਰੁਕ ਜਾਂਦਾ ਸੀ, ਜੰਗਲਾਂ ਵਿੱਚ ਪਾਣੀ ਭਰ ਜਾਂਦਾ ਸੀ। ਉਸ ਵੇਲੇ ਜੋ ਸਿੱਖਿਆ ਕੇਂਦਰ ਸਨ ਉਹ ਨਗਰਾਂ ਤੋਂ ਦੂਰ ਇਕਾਂਤ ਥਾਵਾਂ 'ਤੇ ਸਥਿਤ ਸਨ, ਜੰਗਲਾਂ ਵਿੱਚ ਸਥਿਤ ਸਨ। ਔਰ ਜਦੋਂ ਬਾਰਿਸ਼ਾਂ ਤੋਂ ਬਾਅਦ ਜੰਗਲਾਂ ਵਿੱਚ ਪਾਣੀ ਭਰ ਜਾਂਦਾ ਸੀ ਤਾਂ ਸਾਡੇ ਆਚਾਰਿਆ, ਰਿਸ਼ੀ ਮੁਨੀ, ਸੰਤ, ਗੁਰੂਜਨ ਆਪਣੇ ਅਧਿਐਨ ਕੇਂਦਰਾਂ ਦੇ ਵਿੱਚ ਇਕਾਂਤਵਾਸ ਵਿੱਚ ਰਹਿੰਦੇ ਸਨ। ਔਰ ਉਸ ਸਮੇਂ ਦੌਰਾਨ ਉਹ ਸਾਡੇ ਰਿਸ਼ੀ ਮੁਨੀ, ਆਚਾਰਿਆ, ਗੁਰੂਜਨ ਆਪਣੀ ਗਿਆਨ ਦੇ ਵਿੱਚ ਹੋਰ ਵਾਧਾ ਕਰਦੇ ਸਨ, ਨਵੇਂ ਗੁਣਾਂ ਦਾ ਵਿਕਾਸ ਕਰਦੇ ਸਨ, ਆਪਣੀ ਗਿਆਨ ਊਰਜਾ ਨੂੰ ਪੁਨਰ ਜਾਗਰਿਤ ਕਰਦੇ ਸਨ। ਤੋਂ ਇਸ ਨੂੰ ਅਸੀਂ ਰਕਸ਼ਾ ਬੰਧਨ ਉਤਸਵ ਜਾਂ ਸਾਵਨ ਪੂਰਨਿਮਾ ਉਤਸਵ, ਜਾਂ ਅਸੀਂ ਇਸ ਨੂੰ ਸਾਵਨ ਦੀ ਸਿੱਖਿਆ ਉਤਸਵ ਵੀ ਕਹਿ ਸਕਦੇ ਹਾਂ। ਪੁਰਾਣਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਭਗਵਾਨ ਵਿਸ਼ਨੂੰ ਨੇ ਸਾਵਨ ਦੀ ਪੂਰਨਿਮਾ ਵਾਲੇ ਦਿਨ ਇਹ ਗਰੀਬ ਦੇ ਰੂਪ ਵਿੱਚ ਅਵਤਾਰ ਧਾਰਿਆ ਸੀ। ਤੋਂ ਇਸ ਲਈ ਜੋ ਵੈਸ਼ਨਵ ਸਮਾਜ ਹੈ ਸਾਡਾ ਦੇਸ਼ ਦੇ ਵਿੱਚ, ਉਹ ਇਸ ਨੂੰ ਇਹ ਗਰੀਬ ਜਯੰਤੀ ਦੇ ਰੂਪ ਵਿੱਚ ਵੀ ਮਨਾਉਂਦਾ ਹੈ। ਕਲਾ ਦੀ ਦੇਵੀ ਮਾਂ ਸ਼ਾਰਦਾ ਦੇਵੀ ਦਾ ਵੀ ਅਵਤਾਰ ਇਸ ਸਮੇਂ ਹੋਇਆ ਹੈ। ਇਸ ਵਾਸਤੇ ਕਲਾ ਦੀ ਦੇਵੀ ਮਾਂ ਸ਼ਾਰਦਾ ਦੇਵੀ ਦਾ ਰਾਤ ਨੂੰ ਜਾਗਰਣ ਕੀਤਾ ਜਾਂਦਾ ਹੈ, ਔਰ ਗੀਤ ਸੰਗੀਤ ਦੇ ਕਾਰਿਆਕਰਮ ਵੀ ਹੁੰਦੇ ਹਨ। ਸੋ ਇਸ ਤਰ੍ਹਾਂ ਦੇ ਕਈ ਇਸ ਦੇ ਨਾਲ ਪਿਤਾ ਭਗਤ ਸ਼ਰਵਣ ਕੁਮਾਰ ਨੂੰ ਵੀ ਅਸੀਂ ਇਸ ਉਤਸਵ ਵੇਲੇ ਯਾਦ ਕਰਦੇ ਹਾਂ। ਜ਼ਿਕਰ ਆਉਂਦਾ ਹੈ ਸਾਡੇ ਵੇਦਾਂ ਦੇ ਵਿੱਚ, ਪੁਰਾਣ ਦੇ ਵਿੱਚ, ਕਿ ਦੇਵ ਔਰ ਅਸੁਰਾਂ ਦੇ ਵਿੱਚ 12 ਸਾਲ ਤੱਕ ਲਗਾਤਾਰ ਯੁੱਧ ਚੱਲਿਆ। 12 ਸਾਲ ਯੁੱਧ ਚੱਲਣ ਦੇ ਦੌਰਾਨ ਦੇਵ ਰਿਸ਼ੀ ਇੰਦਰ ਨੂੰ ਇਹ ਅਹਿਸਾਸ ਹੋਇਆ ਕਿ ਅਸੀਂ ਇਸ ਯੁੱਧ ਦੇ ਵਿੱਚ ਕਿਤੇ ਪਰਾਜਿਤ ਨਾ ਹੋ ਜਾਈਏ। ਉਹਨਾਂ ਨੂੰ ਆਪਣੀ ਹਾਰ ਨਜ਼ਰ ਆ ਰਹੀ ਸੀ। ਤਾਂ ਦੇਵ ਰਿਸ਼ੀ ਇੰਦਰ ਦੀ ਪਤਨੀ ਸਚੀ, ਉਹ ਦੇਵ ਗੁਰੂ ਬ੍ਰਹਸਪਤੀ ਜੀ ਕੋਲ ਗਈ, ਔਰ ਉੱਥੇ ਉਹਨਾਂ ਨੇ ਇਹ ਵਿਸ਼ਾ ਰੱਖਿਆ ਕਿ ਕਿਸ ਤਰ੍ਹਾਂ ਦੇਵ ਔਰ ਅਸੁਰਾਂ ਦੇ ਵਿਚਕਾਰ ਜੋ ਯੁੱਧ ਹੈ, ਉਸ ਦੇ ਵਿੱਚ ਦੇਵਤਿਆਂ ਦੀ ਜੋ ਹਾਰ ਯਕੀਨੀ ਬਣਦੀ ਜਾ ਰਹੀ ਹੈ। ਤਾਂ ਦੇਵ ਰਿਸ਼ੀ ਬ੍ਰਹਸਪਤੀ ਜੀ ਨੇ ਇੰਦਰਾਣੀ ਨੂੰ ਕਿਹਾ ਕਿ ਤੂੰ ਆਪਣੀ ਜੋ ਤੇਰੇ ਅੰਦਰ ਸਤੀ ਵਰਤਾ ਦਾ ਬਲ ਹੈ, ਉਸ ਬਲ ਦੇ ਨਾਲ ਇੰਦਰ ਦੇ ਦਾਹਿਨੇ ਹੱਥ ਉੱਪਰ ਰੇਸ਼ਮ ਦਾ ਇੱਕ ਰਕਸ਼ਾ ਸੂਤਰ ਬੰਨ੍ਹ, ਔਰ ਇਹ ਰਕਸ਼ਾ ਸੂਤਰ ਯਕੀਨਨ ਹੀ ਉਸ ਨੂੰ ਜਿੱਤ ਦਿਲਾਏਗਾ। ਤਾਂ ਇੰਦਰਾਣੀ ਨੇ ਦੇਵ ਰਿਸ਼ੀ ਇੰਦਰ ਦੇ ਦਾਹਿਨੇ ਹੱਥ ਉੱਪਰ ਆਪਣੀ ਸਤਿਤਵ ਸ਼ਕਤੀ ਦਾ ਪ੍ਰਯੋਗ ਕਰਦੇ ਹੋਏ ਇੱਕ ਰਕਸ਼ਾ ਸੂਤਰ ਬੰਨਿਆ, ਔਰ ਉੱਥੇ ਇੱਕ ਸ਼ਲੋਕ ਬੋਲਿਆ, ਯੇਨ ਬਦੋ ਬਲੀ ਰਾਜਾ ਦਾਨ ਵੇਂਦਰੋ ਮਹਾਬਲਮ ਤੇਨ ਤਵਾਮ ਅਨੁਬਾਦਿਵਮ ਰਕਸ਼ੇ ਮਾਚਲ ਮਾਚਲਮ। ਅਰਥਾਤ ਜਿਸ ਰੇਸ਼ਮ ਦੇ ਧਾਗੇ ਨਾਲ ਏਡੇ ਬੜੇ ਬਲਸ਼ਾਲੀ ਰਾਜਾ ਬਲੀ ਨੂੰ ਬੰਨਿਆ ਗਿਆ ਸੀ, ਉਸੇ ਰੇਸ਼ਮ ਦੇ ਧਾਗੇ ਨਾਲ ਮੈਂ ਤੁਹਾਡੇ ਦਾਹਿਨੇ ਹੱਥ ਉੱਪਰ ਇਹ ਰਕਸ਼ਾ ਸੂਤਰ ਬੰਨ੍ਹਦੀ ਹਾਂ, ਔਰ ਇਹ ਵਚਨ ਕਰਦੀ ਹਾਂ ਕਿ ਤੁਸੀਂ ਆਪਣੇ ਧਰਮ ਉੱਪਰ ਚੱਲਦੇ ਹੋਏ, ਧਰਮ ਦੇ ਮਾਰਗ ਉੱਪਰ ਚੱਲਦੇ ਹੋਏ ਭਾਰਤ ਦੀ ਜੋ ਸੰਸਕ੍ਰਿਤੀ ਹੈ ਉਸ ਦਾ ਤੁਸੀਂ ਸੰਰਖਣ ਕਰੋਗੇ। ਔਰ ਇਤਿਹਾਸ ਗਵਾਹ ਹੈ ਕਿ ਇਸ 12 ਸਾਲ ਦੇ ਯੁੱਧ ਵਿੱਚ ਦੇਵਤਿਆਂ ਦੀ ਜੋ ਹੈ ਜਿੱਤ ਪ੍ਰਾਪਤ ਹੋਈ। ਸੋ ਇਸ ਤਰ੍ਹਾਂ ਦੇ
ਕਈ ਸਾਡੇ ਉਤਸਵ ਚੱਲਦੇ ਹਨ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਸਾਡਾ ਇਤਿਹਾਸ ਹੁੰਦਾ ਹੈ। ਹਰੇਕ ਵਿਅਕਤੀ ਦੇ ਵਿੱਚ ਕੋਈ ਨਾ ਕੋਈ ਬਲ ਹੁੰਦਾ ਹੈ, ਬੁੱਧੀ ਬਲ, ਧਨ ਬਲ, ਗਿਆਨ ਬਲ। ਸੋ ਰਕਸ਼ਾ ਬੰਧਨ ਦੇ ਉਤਸਵ ਦੇ ਉੱਪਰ ਹਰੇਕ ਵਿਅਕਤੀ ਦੂਸਰੇ ਵਿਅਕਤੀ ਦੇ ਉੱਪਰ ਇੱਕ ਰਕਸ਼ਾ ਸੂਤਰ ਬਣ ਕੇ ਸੰਕਲਪ ਕਰਦਾ ਹੈ। ਜਿਸ ਤਰ੍ਹਾਂ ਇੱਕ ਪੁਰੋਹਿਤ ਹੈ, ਉਹ ਆਪਣੇ ਯਜਮਾਨ ਨੂੰ ਰਕਸ਼ਾ ਸੂਤਰ ਬੰਨ੍ਹਦਾ ਹੈ ਔਰ ਆਪਣੇ ਗਿਆਨ ਬਲ ਦੇ ਨਾਲ ਇਹ ਪ੍ਰਤਿੱਗਿਆ ਕਰਦਾ ਹੈ ਕਿ ਮੈਂ ਤੇਰੀ ਰੱਖਿਆ ਕਰੂੰਗਾ। और उसका जो यजमान है, जिसको धन बल है, वो धन बल के प्रयोग करके ये संकल्प लेंदा है कि मैं तुहाडी रक्षा करूँगा। सो इस तरह का ये आपसी सहयोग, आपसी मदद करने का एक त्यौहार है। शास्त्रां कहा गया है ओम सह नववतु, अर्थात असी परस्पर एक दूसरे का सहयोग करांगे, एक दूसरे की मदद करांगे और अपने समाज नूं, देश नूं परम वैभव ते लैके जावांगे। सो भारत ये 1000 साल पुराना देश है। भारत उपर हिंदू समाज 1000 वर्षों तो आ रहा है। साडे ऋषियां मुनियां ने, साडे पूर्वजां ने, साडे विजयशीली की जो साडी भावना सी उसनूं अग्रसर करन लई, जागृत करन दे लई ਵੱਖ-ਵੱਖ ਉਤਸਵਾਂ ਦੇ ਰੂਪ ਵਿੱਚ ਕੋਈ ਉਤਸਵ ਆਯੋਜਿਤ ਕੀਤੇ ਤਾਂ ਕਿ ਸਾਡਾ ਸਮਾਜ ਬਲਸ਼ਾਲੀ, ਵਿਵੇਕਸ਼ਾਲੀ, ਬੁੱਧੀਸ਼ਾਲੀ ਬਣਿਆ ਰਹੇ ਔਰ ਅਸੀਂ ਮਾਨਵ ਤੋਂ ਮਹਾਮਾਨਵ, ਆਤਮਾ ਤੋਂ ਪਰਮਾਤਮਾ ਦੀ ਸਿੱਧੀ ਕਿਵੇਂ ਪ੍ਰਾਪਤ ਕਰਦੇ ਹਾਂ, ਇਹ ਮਾਰਗ ਵੀ ਖੋਜੇ ਹਨ ਔਰ ਅਸੀਂ ਇਸ ਮਾਰਗ ਉੱਪਰ ਚੱਲੇ ਵੀ ਹਾਂ। ਸਾਡੇ ਦੇਸ਼ ਦੀ ਜੋ ਸੰਸਕ੍ਰਿਤੀ ਹੈ, साडे देश की जो भौतिक सुख सुविधावां हैं, वो इन्नियां उज्जवल हैं कि जो विदेशी आक्रमणकारी हमलावर उन्हां दी बुरी नीत साडे देश उपर पैंदी रही। साडे देश उपर 11 सालों तो विदेशी आक्रमण हमले किए। वो साडे समाज ने इन्हां विदेशी हमलावरां दा डट के सामना किया, विरोध किया, उन्हां नूं आत्मसात किया, नहीं तो सीमावां तो परे धकेलिया। इस तरह साडा हिंदू समाज 11 सालों तो विदेशी हमलावरां नाल संघर्षमई रहा। ठीक है, ये लंबे संघर्ष के दौरान मानव हिंदू समाज थोड़ा थक गया, थोड़ा जिहा अक गया, थोड़ा जिहा झक गया और थोड़ा जिहा आराम की मुद्रा च आ गया और विदेशी हमलावरां दे जो हमले है वो कुछ हद तक सफल हो गए और उस करके साडे हिंदू समाज के उपर एक गहरी चोट लगी। साडा हिंदू समाज खंड विखंड होना शुरू हो गया। साडा हिंदू समाज ਵੱਖ-ਵੱਖ जातियां, पंथ, संप्रदायां, भाषा के नाम से वंडिया गया। किसी समय साडे देश में जाति, भाषा और साडी जो बहुवादी संस्कृति है वो साडी एक शक्ति का प्रतीक सी, पर विदेशी आक्रांतावां तो बाद साडी यही जाति, साडी जो भाषा साडे लई एक विघटन का कारण बनी और इस हमलावां तो बाद साडे देश में समाज सुधार के काम, समाज नूं अगे लिजाउण दे काम थोड़े धीमी गति नाल होने शुरू हो गए। हौली हौली गति घटनी शुरू हो गई। उसका नतीजा की निकलिया कि साडा समाज खंड विखंड हो गया। साडा समाज गिरीवासी, वनवासी, आदिवासी, अगड़ा समाज, पिछड़ा समाज, ऊंच नीच भेदभाव विच जकड़न दे विच चला गया और अज जो असीं निगाह मारते हाँ, आले दुआले देखते हाँ, साडा बहुता समाज साडे तो दूर चला गया और एक छुआछात, ऊंच नीच की भावना प्रगट होनी शुरू हो गई। असीं पिछे कल नूं लोकमान्य बाल गंगाधर तिलक की 100वीं जयंती मनाई है। 1918 दे विच महाराष्ट्र विच एक बड़ा दलित सम्मेलन होया और उस दलित सम्मेलन दे विच बाल गंगाधर तिलक जी ने एक घोष किया और कहा कि जे परमात्मा भगवान छुआछात नूं स्वीकार करता है, भगवान छुआछात करने वाले व्यक्ति को अपनी छत छाया विच रखता है,
ਤਾਂ ਮੈਂ ਇਸ ਭਗਵਾਨ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ। ਸੋ ਇਸ ਤਰ੍ਹਾਂ ਬਾਲ ਗੰਗਾਧਰ ਤਿਲਕ ਜੀ ਨੇ ਉਦਘੋਸ਼ ਕੀਤਾ। ਔਰ ਅੱਜ ਅਸੀਂ ਰਕਸ਼ਾ ਬੰਧਨ ਦੇ ਉਤਸਵ ਉੱਪਰ ਅੱਜ ਚਿੰਤਨ ਕਰੀਏ ਕਿ ਰਕਸ਼ਾ ਕਿਸ ਦੀ, ਕਿਸ ਤੋਂ ਔਰ ਕਿਵੇਂ। ਅਸੀਂ ਦੇਖ ਰਹੇ ਹਾਂ ਕਿ ਸਾਡੇ ਦੇਸ਼ ਉੱਪਰ ਧਰਮਾਂਤਰਨ, ਮਤਾਂਤਰਨ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਸਾਡੇ ਸਮਾਜ ਦੀ ਜਿਹੜੀ ਕੜੀ ਕਮਜ਼ੋਰ ਰਹਿ ਜਾਂਦੀ ਹੈ, ਉਹ ਕੜੀ ਸਾਡੇ ਤੋਂ ਟੁੱਟ ਜਾਂਦੀ ਹੈ ਔਰ ਅਲੱਗ ਹੋ ਜਾਂਦੀ ਹੈ। ਸੋ ਸਾਡਾ ਜੋ ਹਿੰਦੂ ਸਮਾਜ ਹੈ ਇੱਕ ਸੰਪੂਰਨ ਸਰੀਰ ਵਾਂਗ ਹੈ। ਜਦੋਂ ਸਰੀਰ ਦੀ ਕੋਈ ਅੰਗ ਕਮਜ਼ੋਰ ਹੋ ਜਾਂਦਾ ਹੈ ਜਾਂ ਕੱਟ ਜਾਂਦਾ ਹੈ ਤਾਂ ਸਰੀਰ ਨੂੰ ਉਸ ਦੀ ਵੇਦਨਾ ਹੁੰਦੀ ਹੈ, ਪੀੜਾ ਹੁੰਦੀ ਹੈ ਔਰ ਕੋਸ਼ਿਸ਼ ਹੁੰਦੀ ਹੈ ਕਿ ਉਹ ਅੰਗ ਦੁਬਾਰਾ ਕਿਵੇਂ ਠੀਕ ਕੀਤਾ ਜਾਵੇ। ਪਰ ਕਿਉਂਕਿ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਕਾਰਨ ਸਾਡਾ ਹਿੰਦੂ ਸਮਾਜ ਇੰਨਾ ਲੜ ਕੇ ਥੱਕ ਗਿਆ ਔਰ ਉਹ ਇੱਕ ਤਰ੍ਹਾਂ ਦਾ ਅਚਨਚੇਤ ਮੁਦਰਾ ਵਿੱਚ ਚਲਾ ਗਿਆ। ਉਸਦੇ ਕੁਝ ਅੰਗ ਕੱਟੇ ਗਏ, ਵੱਢੇ ਗਏ, ਅਲੱਗ ਹੋ ਗਏ ਔਰ ਜੋ ਲੋਭੀ ਸ਼ਕਤੀਆਂ ਸਨ ਉਹਨਾਂ ਦੀ ਨਿਗਾਹ ਉਸ ਕਟੇ ਅੰਗਾਂ ਦੇ ਉੱਪਰ ਕਿਸ ਤਰ੍ਹਾਂ ਉਸਨੂੰ ਅਸੀਂ ਪੋਸ਼ਣ ਕਰ ਲਈਏ, ਉਸਦਾ ਪੋਸ਼ਣ ਕਰ ਲਈਏ। ਸਾਡੇ ਸੰਸਕ੍ਰਿਤ ਵਿੱਚ ਇੱਕ ਸ਼ਲੋਕ ਆਉਂਦਾ ਹੈ, ਹਿੰਦੂਆ ਸਹੋਦਰਾ ਸਰਵੇ ਨਾ ਹਿੰਦੂ ਪਤੀ ਤੋਂ ਭਵੇ ਮਮ ਦੀਕਸ਼ਾ ਹਿੰਦੂ ਰਕਸ਼ਾ ਮਮ ਮੰਤਰ ਸਮਾਨਤਾ। ਅਰਥਾਤ ਸਾਰੇ ਹਿੰਦੂ ਮੇਰੇ ਭੈਣ ਭਰਾ ਹਨ, ਕਦੇ ਵੀ ਹਿੰਦੂ ਪਤਿਤ ਨਹੀਂ ਹੋ ਸਕਦਾ। ਜੋ ਮੈਨੂੰ ਦੀਕਸ਼ਾ ਮਿਲੀ ਹੈ ਉਹ ਇਹੀ ਹੈ ਕਿ ਮੈਂ ਹਿੰਦੂ ਸਮਾਜ ਦੀ ਰਕਸ਼ਾ ਕਰਨੀ ਹੈ। ਇਹ ਸੂਤਰ ਅੱਜ ਰਕਸ਼ਾ ਬੰਧਨ ਦੇ ਉਤਸਵ 'ਤੇ ਸਾਨੂੰ ਸਾਰੇ ਵਿੱਚ ਆਪਣੇ ਅੰਦਰ ਇਸ 'ਤੇ ਅਮਲ ਕਰਨਾ ਪਵੇਗਾ। ਇੱਕ ਵਾਰ ਦੀ ਗੱਲ ਹੈ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਔਰ ਨਾਨਾ ਜੀ ਦੇਸ਼ਮੁਖ ਮਹਾਰਾਸ਼ਟਰ ਦੇ ਇੱਕ ਪਿੰਡ ਵਿੱਚ ਪ੍ਰਵਾਸ 'ਤੇ ਗਏ। ਉਸ ਸਮੇਂ ਉਹ ਰਾਜਨੀਤਿਕ ਖੇਤਰ ਵਿੱਚ ਨਹੀਂ ਸੀ, ਸੰਘ ਦੇ ਪ੍ਰਚਾਰਕ ਦੇ ਨਾਤੇ ਜਾ ਰਹੇ ਸੀਗੇ। ਬਾਰਿਸ਼ ਹੋ ਕੇ ਹਟੀ ਸੀ ਔਰ ਅਚਾਨਕ ਇੱਕ ਖੱਡੇ ਦੇ ਵਿੱਚ ਪੰਡਿਤ ਦੀਨ ਦਿਆਲ ਜੀ ਗਿਰ ਪਏ। ਜਦੋਂ ਪੰਡਿਤ ਜੀ ਗਿਰੇ ਤਾਂ ਕੋਲੇ ਜੋ ਸਵੈਂ ਸੇਵਕ ਸੀ ਤਾਂ ਪੰਡਿਤ ਜੀ ਨੇ ਇਹਨਾਂ ਨੂੰ ਕਿਹਾ, ਅਰੇ ਭਈਆ ਮੁਝੇ ਨਿਕਾਲੋ। ਪੰਡਿਤ ਜੀ ਆਪਣੇ ਏਡੀਆਂ ਦੇ ਬਲ ਖੜੇ ਹੋ ਕੇ ਆਪਣਾ ਹੱਥ ਉੱਪਰ ਵਧਾ ਰਹੇ ਸੀ ਔਰ ਸਵੈਂ ਸੇਵਕ ਥੋੜ੍ਹਾ ਝੁਕ ਕੇ ਹੱਥ ਪਕੜ ਕੇ ਉਹਨਾਂ ਨੂੰ ਖੱਡੇ 'ਚੋਂ ਬਾਹਰ ਨਿਕਾਲਿਆ। ਤਾਂ ਪੰਡਿਤ ਜੀ ਬੋਲੇ, ਦੇਖੀਏ ਇਹ ਸਾਡੇ ਹਿੰਦੂ ਸਮਾਜ ਦੀ ਸਥਿਤੀ ਹੈ। ਸਾਡਾ ਜੋ ਸਮਾਜ ਸਾਡੇ ਤੋਂ ਪਿਛੜ ਗਿਆ ਹੈ, ਕਮਜ਼ੋਰ ਹੈ ਗਿਆ ਹੈ, ਉਹ ਉੱਪਰ ਉੱਠਣ ਦੀ ਕੋਸ਼ਿਸ਼ ਕਰ ਰਿਹਾ ਹੈ, ਏਡੀਆਂ ਵੱਲ ਖੜੇ ਹੋ ਕੇ ਆਪਣਾ ਹੱਥ ਵਧਾ ਰਿਹਾ ਹੈ। ਔਰ ਜੋ ਸਾਡਾ ਸਮਾਜ ਹਰ ਪੱਖੋਂ ਸੰਪੂਰਨ ਹੈ, ਆਰਥਿਕ ਤੌਰ 'ਤੇ, ਬੌਧਿਕ ਤੌਰ 'ਤੇ ਹਰ ਤਰ੍ਹਾਂ ਸੰਪੰਨ ਹੈ, ਉਸ ਨੂੰ ਥੋੜ੍ਹਾ ਜਿਹਾ ਝੁਕਣਾ ਪਵੇਗਾ। ਸੋ ਇਸ ਤਰ੍ਹਾਂ ਝੁਕਣ ਦੇ ਨਾਲ ਔਰ ਉਸ ਜੋ ਸਮਾਜ ਪਿੱਛੇ ਰਹਿ ਗਿਆ ਹੈ ਉਸ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕਰਨ ਦੇ ਨਾਲ ਅਸੀਂ ਅੱਗੇ ਜਾ ਸਕਾਂਗੇ। ਸੋ ਇਸ ਤਰ੍ਹਾਂ ਦੀ ਸਾਡੀ ਜੋ ਕਲਪਨਾ ਹਰੇਕ ਕਾਰਿਆਕਰਤਾ ਦੇ ਵਿੱਚ ਵਿਕਸਿਤ ਹੋਣੀ ਚਾਹੀਦੀ ਹੈ। ਸੰਘ ਦੇ ਵਿੱਚ ਕਦੇ ਕੋਈ ਭੇਦਭਾਵ ਨਹੀਂ ਹੁੰਦਾ। ਮੈਨੂੰ ਯਾਦ ਹੈ ਕਿ ਸਾਡੇ ਇੱਕ ਸ਼ਾਖਾ ਦੇ ਸਵੈਂ ਸੇਵਕ ਆਪਣੀ ਪ੍ਰਸ਼ਿਕਸ਼ਣ ਨੂੰ ਵਧਾਉਂਦੇ ਹੋਏ ਉਹ ਸ਼ਾਖਾ ਦੇ ਮੁੱਖ ਸਿੱਖਿਅਕ ਬਣੇ ਔਰ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ। 7-8 ਸਾਲ ਮੁੱਖ ਸਿੱਖਿਅਕ ਦੀ ਰੂਪ ਦੇ ਵਿੱਚ ਉਹਨਾਂ ਨੇ ਆਪਣੀ ਸ਼ਾਖਾ ਬੜੀ ਅੱਛੀ ਚਲਾਈ। ਲੇਕਿਨ ਕੁਝ ਸਾਲਾਂ ਤੋਂ ਬਾਅਦ ਉਹ ਜੋ ਸ਼ਾਖਾ ਤੋਂ ਵਿਮੁਕਤ ਹੋ ਕੇ ਕਿਸੇ ਰਾਜਨੀਤਿਕ ਖੇਤਰ ਵਿੱਚ ਚਲੇ ਗਏ ਤਾਂ ਉਸ ਰਾਜਨੀਤਿਕ ਖੇਤਰ ਵਿੱਚ ਉਹਨਾਂ ਨੂੰ ਪੁੱਛਿਆ, ਕਰੇ ਭਈਆ ਆਪ ਐਸੀ ਹੋ? ਉਹ ਮੁੱਖ ਸਿੱਖਿਅਕ ਬੜੇ ਹੈਰਾਨ ਪਰੇਸ਼ਾਨ ਹੋਏ ਕਿ ਮੈਂ ਪਿਛਲੇ 10 ਸਾਲ ਤੋਂ ਸੰਘ ਵਿੱਚ ਕੰਮ ਕਰ ਰਿਹਾ, ਕਿਸੇ ਨੇ ਮੇਰੇ ਜਾਤੀ ਪ੍ਰਤੀ ਕਦੇ ਨਹੀਂ ਪੁੱਛਿਆ, ਨਾ ਮੈਨੂੰ ਦੱਸਣ ਦੀ ਲੋੜ ਪਈ। ਪਰ ਜਦੋਂ ਮੈਂ ਰਾਜਨੀਤਿਕ ਖੇਤਰ ਵਿੱਚ ਆਇਆ ਤਾਂ ਇਹ ਮਹੀਨਾ ਵੀ ਨਹੀਂ ਹੋਇਆ ਔਰ ਮੈਨੂੰ ਮੇਰੀ ਜਾਤੀ ਪੁੱਛ ਲਈ ਗਈ। ਸੋ ਸੰਘ ਦਾ ਭਾਵ ਇਸ ਤਰ੍ਹਾਂ ਹੈ। ਸੰਘ ਦੇ ਵਿੱਚ ਅਸੀਂ ਕਾਰਿਆਕਰਤੀ ਦੀ ਨਾਮ ਤੋਂ ਜਾਣਦੇ ਹਾਂ ਕਿ ਉਹ ਹਿੰਦੂ ਹੈ। ਅਸੀਂ ਜਾਤੀ ਭੇਦਭਾਵ ਛੂਆ-ਛਾਤ ਨਹੀਂ ਕਰਦੇ। ਇਹ ਸੰਘ ਦੀ ਸੁੰਦਰਤਾ ਹੈ। ਡਾਕਟਰ ਜੀ ਦੇ ਦੇਹਾਂਤ ਹੋਣ ਤੋਂ ਬਾਅਦ 1940 ਦੇ ਵਿੱਚ ਉਸ ਵਕਤ ਮਹਾਰਾਸ਼ਟਰ ਦਾ ਬੜਾ ਪ੍ਰਸਿੱਧ ਅਖਬਾਰ ਕੇਸਰੀ, ਕਿਉਂਕਿ
ਸੰਘ ਉੱਪਰ ਇਹ ਦੋਸ਼ ਲੱਗਦਾ ਰਿਹਾ ਕਿ ਸੰਘ ਬ੍ਰਾਹਮਣਾਂ ਦਾ ਹੈ, ਸੰਘ ਉਹਨਾਂ ਲੋਕਾਂ ਦਾ ਹੈ ਜੋ ਛੂਆ-ਛਾਤ ਵਿੱਚ ਵਿਸ਼ਵਾਸ ਕਰਦੇ ਨੇ। ਇਹ ਦੋਸ਼ ਲੱਗਦਾ ਰਿਹਾ। ਤਾਂ ਕੇਸਰੀ ਅਖਬਾਰ ਨੇ ਮੁਲਾਂਕਣ ਕੀਤਾ। ਉਹ ਕਹਿੰਦੇ ਨਾਗਪੁਰ ਦੇ ਵਿੱਚ 84 ਸ਼ਾਖਾਵਾਂ ਲੱਗਦੀਆਂ, 84 ਵਿੱਚੋਂ 70 ਸ਼ਾਖਾਵਾਂ ਅਬ੍ਰਾਹਮਣ ਵਿਅਕਤੀ ਦੁਆਰਾ ਸੰਚਾਲਿਤ ਹਨ, ਜੋ ਕਿ ਅਬ੍ਰਾਹਮਣ ਹਨ, ਔਰ 10 ਸ਼ਾਖਾਵਾਂ ਬ੍ਰਾਹਮਣ। ਸੋ ਸੰਘ ਨੇ ਕਦੇ ਇਸ ਤਰ੍ਹਾਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਕਿ ਸ਼ਾਖਾ ਨੂੰ ਚਲਾਉਣ ਵਾਲਾ ਕੌਣ ਹੈ, ਸ਼ਾਖਾ ਦਾ ਮੁੱਖ ਸਿੱਖਿਅਕ ਕੌਣ ਹੈ, ਕਾਰਿਆਵਾਹ ਕੌਣ ਹੈ। ਲੇਕਿਨ ਜੋ ਸਮਾਜ ਕੁਝ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦਾ ਹੈ, ਉਹ ਇਸ ਚਸ਼ਮੇ ਦੇ ਨਾਲ ਸਾਡੇ ਸਮਾਜ ਨੂੰ ਵੇਖਦਾ ਹੈ। ਇੱਕ ਵਾਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਨਾਲ ਗੱਲਬਾਤ ਹੋ ਰਹੀ ਸੀ, ਤਾਂ ਉਹਨਾਂ ਨੂੰ ਪੁੱਛਿਆ ਕਿ ਹਿੰਦੂ ਸਮਾਜ ਕਿਆ। ਤਾਂ ਉਹਨਾਂ ਨੇ ਕਿਹਾ ਕਿ ਜੋ ਹਿੰਦੂ ਸਮਾਜ ਹੈ ਇਹ ਵੱਖ-ਵੱਖ ਜਾਤੀਆਂ ਦਾ ਇੱਕ ਸਮੂਹ ਹੈ, ਔਰ ਇਹਨਾਂ ਵੱਖ-ਵੱਖ ਜਾਤੀਆਂ ਦੇ ਵਿੱਚ ਕੋਈ ਸੀਮੈਂਟ ਨਹੀਂ ਹੈ। ਜਿਸ ਤਰ੍ਹਾਂ ਕਿ ਇੱਕ ਬਹੁਮੰਜ਼ਲੀ ਇਮਾਰਤ ਹੁੰਦੀ ਹੈ, ਬਹੁਮੰਜ਼ਲੀ ਇਮਾਰਤ ਹੈ ਔਰ ਇਸ ਇਮਾਰਤ ਦੇ ਵਿੱਚ ਕੋਈ ਲਿਫਟ ਨਹੀਂ ਹੈ, ਕੋਈ ਪੌੜੀ ਨਹੀਂ ਹੈ। ਉੱਪਰਲੀ ਮੰਜ਼ਲ 'ਤੇ ਕੌਣ ਰਹਿ ਰਿਹਾ ਹੈ, ਨਿਚਲੀ ਮੰਜ਼ਲ 'ਤੇ ਕੌਣ ਰਹਿ ਰਿਹਾ ਹੈ, ਉਹਨਾਂ ਦਾ ਆਪਸੀ ਬੋਲਚਾਲ ਮੇਲ ਮਿਲਾਪ ਬਿਲਕੁਲ ਨਹੀਂ ਹੈ। ਬਿਨਾਂ ਪੌੜੀ ਤੋਂ, ਬਿਨਾਂ ਲਿਫਟ ਤੋਂ ਬਹੁਮੰਜ਼ਲੀ ਇਮਾਰਤ ਵਾਂਗ ਹਿੰਦੂ ਸਮਾਜ ਹੈ। ਜਦੋਂ ਅਸੀਂ ਬੋਲਦੇ ਹਾਂ ਵੀ ਦ ਪੀਪਲ ਆਫ ਇੰਡੀਆ, ਤਾਂ ਉਹਨਾਂ ਨੇ, ਵਿਅਕਤੀ ਨੇ ਕਿਹਾ ਕਿ ਡਾਕਟਰ ਸਾਹਿਬ ਅਸੀਂ ਵੀ ਦ ਪੀਪਲ ਆਫ ਇੰਡੀਆ ਬੋਲਣ ਦੀ ਬਜਾਏ ਅਸੀਂ ਇਹ ਕਿਉਂ ਨਹੀਂ ਬੋਲਦੇ ਕਿ ਵੀ ਦ ਨੈਸ਼ਨਲਸ ਆਫ ਇੰਡੀਆ। ਡਾਕਟਰ ਸਾਹਿਬ ਕਹਿੰਦੇ ਰੁਕੀਏ, ਅਸੀਂ ਅਜੇ ਨੈਸ਼ਨਲ ਬਣਨਾ ਹੈ, ਅਸੀਂ ਅਜੇ ਨੈਸ਼ਨਲ ਬਣੇ ਨਹੀਂ ਹਾਂ। ਇਸ ਲਈ ਸਾਨੂੰ ਤਤਪਰ ਰਹਿਣਾ ਪਏਗਾ, ਅਗਰਸਰ ਰਹਿਣਾ ਪਏਗਾ, ਪ੍ਰਯਾਸ ਕਰਨਾ ਪਏਗਾ। ਸੋ ਇਸ ਤਰ੍ਹਾਂ ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਹਿੰਦੂ ਸਮਾਜ ਦੇ ਵਿੱਚ ਜੋ ਇਹ ਛੂਆ-ਛਾਤ ਘਰ ਗਿਆ, ਇਸ ਨੂੰ ਕਿਵੇਂ ਖਤਮ ਕੀਤਾ ਜਾਵੇ। ਜੋ ਬਹੁਮੰਜ਼ਲੀ ਇਮਾਰਤ ਹੈ, ਇਸ ਨੂੰ ਪੌੜੀ ਕਿਵੇਂ ਲਗਾਈ ਜਾਵੇ, ਲਿਫਟ ਕਿਵੇਂ ਲਗਾਈ ਜਾਵੇ, ਆਪਸੀ ਪ੍ਰੇਮ ਭਾਵ ਕਿਵੇਂ बढ़ाया ਜਾਵੇ। ਪਿੱਛੇ ਜੇ ਮੈਂ ਇੱਕ ਪਰਿਵਾਰ ਵਿੱਚ ਗਿਆ, ਨਾਲ ਸਾਡੇ ਕਾਰਿਆਕਰਤਾ ਸੀ, ਤਾਂ ਮੈਂ ਉਸ ਪਰਿਵਾਰ 'ਚ ਗਿਆ। ਉਹ ਪਰਿਵਾਰ ਦੇ ਕਾਰਿਆਕਰਤਾ ਵੀ ਸਮਾਜਿਕ ਸਮਰੱਥਾ ਦਾ ਕੰਮ ਵੇਖ ਰਹੇ ਆ। ਉਹ ਕਹਿੰਦੇ ਵੀ ਅਸੀਂ ਕਿਸੇ ਸੇਵਾ ਬਸਤੀ ਦੇ ਵਿੱਚ ਮਾਸਿਕ ਸਹਿ-ਭੋਜ ਦਾ ਕਾਰਿਆਕਰਮ ਕਰਿਆ ਕਰੀਏ। ਤਾਂ ਮੈਂ ਕਿਹਾ ਚਲੋ ਠੀਕ ਹੈ, ਸਹਿ-ਭੋਜ ਦਾ ਕਾਰਿਆਕਰਮ ਠੀਕ ਰਹੇਗਾ। ਲੇਕਿਨ ਸਾਡੇ ਜੋ ਨਾਲ ਕਾਰਿਆਕਰਤਾ ਸੀਗੇ, ਉਹ ਕਹਿੰਦੇ ਨਹੀਂ ਭਾਈ ਸਾਹਿਬ, ਸਹਿ-ਭੋਜ ਵਰਗੇ ਕਾਰਿਆਕਰਮ ਨਾਲ ਕੰਮ ਨਹੀਂ ਚੱਲਣ ਵਾਲਾ। ਸਾਨੂੰ ਉਹਨਾਂ ਬਸਤੀਆਂ ਦੇ ਵਿੱਚ ਕੋਈ ਸਥਾਈ ਕੰਮ ਕਰਨੇ ਪੈਣਗੇ, ਉਹਨਾਂ ਬੱਚਿਆਂ ਨੂੰ ਵਿੱਦਿਆ ਦੇ ਖੇਤਰ ਨਾਲ ਜੋੜਨਾ ਪਵੇਗਾ, ਉਹਨਾਂ ਬੱਚਿਆਂ ਨੂੰ ਪੜ੍ਹਾਉਣਾ ਪਵੇਗਾ, ਸਵੱਛਤਾ ਦੀ ਗੱਲ ਕਰਨੀ ਪਵੇਗੀ, ਉਹਨਾਂ ਦੀ ਸਿਹਤ ਦੀ ਗੱਲ ਕਰਨੀ ਪਵੇਗੀ, ਉਹ ਨਿਰੰਤਰ ਕਰਨੀ ਪਵੇਗੀ। ਸਹਿ-ਭੋਜ ਜਾਂ ਹੋਰ ਛੋਟੇ-ਮੋਟੇ ਨੁਸਤੇ ਕਰਨ ਦੇ ਨਾਲ ਸਾਡਾ ਪ੍ਰੇਮ ਭਾਵ ਉਸ ਤਰ੍ਹਾਂ ਨਹੀਂ ਚੱਲੇਗਾ। ਸਾਨੂੰ ਪ੍ਰੈਕਟੀਕਲ ਉਹਨਾਂ ਦੇ ਵਿੱਚ ਕੋਈ ਨਾ ਕੋਈ ਕਰਨਾ ਪਵੇਗਾ। ਇੱਕ ਅਸੀਂ ਵੇਖ ਰਹੇ ਹਾਂ ਕਿ ਸਾਡੀ ਜੋ ਘੁਮੰਤੂ ਜਾਤੀਆਂ ਜੋ ਲਗਾਤਾਰ ਨਿਰੰਤਰ ਚੱਲਦੀਆਂ ਰਹਿੰਦੀਆਂ ਆਪਣੇ ਰੋਟੀ ਲਈ, ਰੋਜੀ ਲਈ, ਜੀਵਨ ਯਾਪਨ ਦੇ ਲਈ। ਲੋਕਡਾਊਨ ਤੋਂ ਪਹਿਲੇ 20 ਮਾਰਚ ਨੂੰ ਮੈਂ ਔਰ ਸਾਡੇ ਇੱਕ ਕਾਰਿਆਕਰਤਾ ਜੋ ਕਿ ਆਪਣੇ ਸੇਵਾ ਪ੍ਰਮੁੱਖ ਨੇ ਵਿਭਾਗ ਦੇ, ਸਾਡਾ ਪ੍ਰਵਾਸ ਸੀ। ਅਸੀਂ ਬਰੂਵਾਲਾ ਜਾਣਾ ਸੀ ਔਰ ਸਟੇਟ ਹਾਈਵੇ ਉੱਪਰ ਇੱਕ ਖਾਲੀ ਜਗ੍ਹਾ ਦੇ ਉੱਪਰ ਅਚਾਨਕ ਅਸੀਂ ਵੇਖਿਆ ਕਿ ਘੁਮੰਤੂ ਜਾਤੀਆਂ ਦਾ ਇੱਕ ਕਬੀਲਾ ਠਹਿਰਿਆ ਹੋਇਆ। ਔਰ ਅਸੀਂ ਇੱਕਦਮ ਬਾਈਕ 'ਤੇ ਜਾ ਰਹੇ ਸੀ, ਬ੍ਰੇਕ ਲਗਾਈ। ਅਸੀਂ ਉਸ ਘੁਮੰਤੂ ਜਾਤੀਆਂ ਦੇ ਵਿੱਚ ਜੋ ਲੋਕ ਕਬੀਲੇ ਵਾਲੇ ਲੋਕ ਸੀ, ਉਹਨਾਂ ਨੂੰ ਮਿਲਣ ਗਏ। ਜਦੋਂ ਮੈਂ ਉਹਨਾਂ ਕੋਲ ਪਹੁੰਚਿਆ ਤਾਂ ਉਸ ਘੁਮੰਤੂ ਜਾਤੀਆਂ ਦੇ ਨੰਨੇ ਮੁੰਨੇ ਬੱਚੇ ਮੇਰੇ ਕੋਲ ਆ ਗਏ ਢੋਲਕੀ ਲੈ ਕੇ, ਔਰ ਬੋਲੇ ਤੁਸੀਂ ਪਾਸਟਰ ਹੋ ਨਾ, ਸਾਨੂੰ ਭਜਨ ਸੁਣਾਓ। ਸੋ ਮੈਨੂੰ ਬੜੀ ਆਸ਼ਚर्य ਹੋਇਆ ਕਿ ਅਸੀਂ ਇਹਨਾਂ ਜਾਤੀਆਂ ਵਿੱਚ ਜੋ ਕਿ ਰਾਜਪੂਤ ਨੇ, ਜੋ ਮਹਾਰਾਣਾ ਪ੍ਰਤਾਪ ਦੇ ਵੰਸ਼ਜ ਨੇ, ਆ ਜੋ ਵੀ ਆਪਣੇ ਧਰਮ ਤੋਂ, ਆਪਣੇ ਜਾਤੀ ਤੋਂ ਵਿਮੁਖ ਹੋ ਗਏ,
ਅਸੀਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਤੁਹਾਡੇ ਦੇਵੀ ਦੇਵਤਾ ਕੌਣ ਸਨ। ਉਹ ਬੋਲੇ ਛੱਡੋ ਜੀ, ਉਹਨਾਂ ਦੇਵੀ ਦੇਵਤਿਆਂ ਨੂੰ ਹੁਣ ਕੀ ਯਾਦ ਕਰਨਾ। ਕਹਿੰਦਾ ਭਾਵ ਉਹਨਾਂ ਨੇ ਆਪਣੇ ਪੂਰਵਜਾਂ ਨੂੰ, ਆਪਣੇ ਦੇਵੀ ਦੇਵਤਿਆਂ ਨੂੰ, ਆਪਣੀ ਸੰਸਕ੍ਰਿਤੀ ਨੂੰ ਛਿੱਕੇ ਟੰਗਦਾ। ਔਰ ਇਹਦਾ ਕਸੂਰ ਉਹਨਾਂ ਦਾ ਨਹੀਂ ਹੈ, ਇਹ ਕਸੂਰ ਸਾਡੇ ਸਮਾਜ ਦਾ। ਅਸੀਂ ਸੋਚਦੇ ਹਾਂ ਇਹ ਤਾਂ ਕਿਤੇ ਹੋਰ ਗ੍ਰਹਿ ਤੋਂ ਆ ਕੇ ਇੱਥੇ ਬੈਠ ਗਏ, ਸਾਡੇ ਹੈ ਨਹੀਂ, ਇਹ ਓਪਰੇ ਹੈ, ਪਰਾਏ ਬੰਦੇ ਆ। ਸੋ ਗਮੰਤੂ ਜਾਤੀਆਂ ਦੇ ਵਿੱਚ ਵੀ ਸਾਡਾ ਆਉਣਾ ਜਾਣਾ ਹੋਵੇ। ਪਿਛਲੇ ਰਕਸ਼ਾ ਬੰਧਨ ਦੇ ਉੱਪਰ ਸਾਡੇ ਘਰ ਦੇ ਵਿੱਚ ਇੱਕ ਮਹਿਲਾ ਸਾਫ ਸਫਾਈ ਦਾ ਕੰਮ ਕਰਦੀ ਸੀ। ਉਹ ਬੋਲੀ, ਅੰਕਲ ਜੀ ਅੱਜ ਮੈਂ ਪੋਚੇ ਨਹੀਂ ਮਾਰਨੇ, ਝਾੜੂ ਲਾ ਕੇ ਚਲੀ ਜਾਵਾਂਗੀ, ਰਕਸ਼ਾ ਬੰਧਨ ਹੈ, ਮੈਂ ਆਪਣੇ ਭਰਾ ਦੇ ਘਰ ਜਾ ਕੇ ਰਕਸ਼ਾ ਸੂਤਰ ਬੰਨ੍ਹ ਕੇ ਆਉਣਾ। ਮੈਂ ਕਿਹਾ ਭੈਣ, ਆਪਣੇ ਭਰਾ ਦੇ ਘਰ ਤਾਂ ਬਾਹਰ ਜਾਈਂ, ਆ ਤੇਰਾ ਭਰਾ ਬੈਠਾ ਹੈ, ਪਹਿਲੇ ਆਪਣੇ ਭਰਾ ਦੇ ਰਕਸ਼ਾ ਸੂਤਰ ਬੰਨ੍ਹ। ਮੈਂ ਉਸ ਤੋਂ ਰਕਸ਼ਾ ਸੂਤਰ ਬਣਾਇਆ, ਕੁਝ ਧਨ ਦੇ ਨਾਲ ਸਹਿਯੋਗ ਵੀ ਕੀਤਾ। ਉਸ ਭੈਣ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਕਹਿੰਦੀ ਮੈਂ ਤਾਂ ਐਵੇਂ ਹੀ ਇੱਥੋਂ ਪਿੰਡ ਜਾਣਾ ਸੀਗਾ, ਪੁਰਾਣੇ ਪੰਨੇ 20-50 ਰੁਪਏ ਦੇਣੇ ਸੀ ਕਿ ਨਹੀਂ ਦੇਣੇ, ਮਿਲਣਾ ਵੀ ਕਿ ਨਹੀਂ ਮਿਲਣਾ ਸੀ, ਕਿਉਂਕਿ ਸਾਕਸ਼ਾਤ ਮੈਨੂੰ ਮੇਰੇ ਭਰਾ ਨਜ਼ਰ ਆ ਰਹੇ ਨੇ। ਸੋ ਇਹ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਸਾਨੂੰ ਸਾਰੇ ਸਮਾਜ ਦੇ ਵਿੱਚ ਜਾਗਰੂਕ ਕਰਨੀਆਂ ਪੈਣਗੀਆਂ, ਨਹੀਂ ਤਾਂ ਕੀ ਹੋਏਗਾ, ਸਾਡਾ ਇਹ ਸਮਾਜ ਸਾਡੇ ਤੋਂ ਟੁੱਟ ਜਾਏਗਾ, ਖੰਡਿਤ ਹੋ ਜਾਏਗਾ। ਸਾਡੇ ਸਮਾਜ ਦੇ ਵਿੱਚ ਜੋ ਗਿਰਾਵਟ ਆਈ ਹੈ, ਇਹ 11 ਸਾਲਾਂ ਦੀ ਗਿਰਾਵਟ ਕੋਈ ਸ਼ਾਰਟਕਟ ਢੰਗ ਨਾਲ ਸਾਲ ਤੋਂ ਸਾਲ ਠੀਕ ਨਹੀਂ ਹੋਣ ਵਾਲੀ। ਇਸ ਲਈ ਸਾਨੂੰ ਸਮਾਂ ਲਗਾਉਣਾ ਪਵੇਗਾ, ਕੋਈ ਇਸ ਦਾ ਸ਼ਾਰਟਕਟ ਨਹੀਂ ਹੈ। ਕਹਿੰਦੇ ਹੈ ਜਦੋਂ ਭਗਵਾਨ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਮਾਨਵ ਨੂੰ ਧਰਤੀ ਉੱਪਰ ਭੇਜਿਆ, ਔਰ ਉਸ ਮਾਨਵ ਨੂੰ ਜਿਉਂਦੇ ਰਹਿਣ ਲਈ ਕੁਝ ਬਨਸਪਤੀ ਵੀ ਚਾਹੀਦੀ ਸੀ। ਤਾਂ ਭਗਵਾਨ ਨੇ ਕੁਝ ਪੌਦੇ ਰੱਖੇ ਔਰ ਹਰੇਕ ਮਾਨਵ ਨੂੰ ਇੱਕ ਪੌਦਾ ਦਿੱਤਾ। ਪੌਦਾ ਦੇਣ ਵੇਲੇ ਦੱਸਿਆ ਕਿ ਇਹ ਪੌਦਾ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਵੇਗਾ, ਇਸ ਨੂੰ ਕਿਹੜਾ ਫਲ ਆਏਗਾ। ਜੋ ਤੀਬਰ ਬੁੱਧੀ ਦੇ ਮਾਲਿਕ ਸਨ, ਉਹਨਾਂ ਨੇ ਉਹ ਪੌਦਾ ਚੁਣਿਆ ਜਿਸ ਨੂੰ ਹਫ਼ਤੇ ਬਾਅਦ ਫਲ ਆਉਣਾ ਸੀ। ਕਿਸੇ ਨੇ ਉਹ ਪੌਦਾ ਚੁਣਿਆ ਜਿਸ ਨੂੰ 12 ਦਿਨਾਂ 'ਚ ਫਲ ਆਉਣਾ ਸੀ। ਕਿਸੇ ਨੇ ਉਹ ਪੌਦੇ ਚੁਣੇ ਜਿਹਨੂੰ 2 ਮਹੀਨੇ 'ਚ ਫਲ ਆਉਣੇ ਸੀ। ਇੱਕ ਪੌਦਾ ਇਹੋ ਜਿਹਾ ਵੀ ਸੀ, ਕਲਪ ਵ੍ਰਿਕਸ਼, ਜਿਸ ਨੂੰ 100 ਸਾਲ ਬਾਅਦ ਫਲ ਆਉਣਾ ਸੀ। ਔਰ ਜੇ ਆਪਾਂ ਵੇਖੀਏ ਤਾਂ ਕੋਈ ਵੀ ਮਾਨਵ ਉਸ ਕਲਪ ਵ੍ਰਿਕਸ਼ ਨੂੰ ਗ੍ਰਹਿਣ ਕਰਨਾ ਨਹੀਂ ਚਾਹੇਗਾ। ਪਾਗਲ ਆਦਮੀ ਹੀ ਕਲਪ ਵ੍ਰਿਕਸ਼ ਨੂੰ ਲੈ ਕੇ ਜਾਏਗਾ। ਪਰ ਡਾਕਟਰ ਹੈਡਗੇਵਾਰ ਜੀ, ਜਿਨ੍ਹਾਂ ਨੇ 1925 ਦੇ ਵਿੱਚ ਸੰਘ ਦੀ ਸਥਾਪਨਾ ਕੀਤੀ, ਔਰ ਇੱਕ ਕਲਪ ਵ੍ਰਿਕਸ਼, ਉਹਨਾਂ ਨੂੰ ਪਤਾ ਸੀ ਕਿ ਜੋ ਸੰਘ ਸ਼ੁਰੂ ਕੀਤਾ ਹੈ, ਇਸ ਦੀ ਜੋ ਮਹਿਕ ਹੈ, ਖੁਸ਼ਬੂ ਹੈ, ਜੋ ਛਾਂ ਹੈ, ਜੋ ਫਲ ਹੈ, ਉਹ ਸਾਲ 2 ਸਾਲ 3 ਸਾਲ 'ਚ ਨਹੀਂ ਆਉਣ ਵਾਲੇ। ਇਸ ਲਈ ਸਦੀਆਂ ਲੱਗਣਗੀਆਂ, ਜੀਵਨ ਖਪਾਣੇ ਪੈਣਗੇ, ਪੀੜ੍ਹੀ ਦਰ ਪੀੜ੍ਹੀ ਜੀਵਨ ਲਗਾਉਣੇ ਪੈਣਗੇ। ਔਰ 1925 ਤੋਂ 2020 ਤੱਕ, ਅਸੀਂ 2025 ਵਿੱਚ 100 ਸਾਲਾ ਸਾਡਾ ਸੰਘ ਸਥਾਪਨਾ ਹੋ ਜਾਣੀ ਹੈ। ਸੋ ਇਹਨੂੰ 95 ਸਾਲ ਦੇ ਵਿੱਚ ਸਾਡੀਆਂ ਕਈ ਪੀੜ੍ਹੀਆਂ ਨੇ ਨਿਸ਼ਕਾਮ ਭਾਵ ਦੇ ਨਾਲ ਆਪਣਾ ਸਭ ਕੁਝ ਰਾਸ਼ਟਰ ਨਿਰਮਾਣ 'ਚ ਲਗਾਇਆ। ਔਰ ਅੱਜ ਸੰਘ ਦੀ ਇੱਕ ਮਹਿਕ, ਸੰਘ ਦੀ ਇੱਕ ਖੁਸ਼ਬੂ ਸਾਰੇ ਸਮਾਜ ਦੇ ਸਾਹਮਣੇ ਹੈ। ਔਰ ਅਸੀਂ ਰਕਸ਼ਾ ਬੰਧਨ ਦੇ ਉਤਸਵ ਉੱਪਰ ਅੱਜ ਸਾਰੇ ਸੰਕਲਪ ਲਈਏ ਕਿ ਅਸੀਂ ਆਪਣੀ ਜੋ ਵੀ ਸਾਡੇ ਵਿੱਚ ਭਗਵਾਨ ਨੇ ਬਲ ਦਿੱਤਾ ਹੈ, ਬੁੱਧੀ ਬਲ ਹੈ, ਗਿਆਨ ਬਲ ਹੈ, ਧਨ ਬਲ ਹੈ, ਵਿਵੇਕ ਬਲ ਹੈ, ਉਸ ਬਲ ਦੇ ਨਾਲ ਆਪਣੇ ਨਾਲ ਦੇ ਸਮਾਜ ਦੀ, ਨਾਲ ਦੇ ਮਿੱਤਰ ਦੀ ਰੱਖਿਆ ਕਰਨੀ ਹੈ। ਉਹ ਇੱਕ ਬੰਧੁਤਾ ਦਾ ਭਾਵ ਜਾਗਰਤ ਕਰਨਾ ਹੈ। ਇਹੀ ਸਾਡੇ ਰਕਸ਼ਾ ਬੰਧਨ ਉਤਸਵ ਉੱਪਰ ਅੱਜ ਪ੍ਰਣ ਕਰਨ ਦੀ ਲੋੜ ਹੈ।